ਰਾਗ ਦੇ ਵਿੱਚ ਰੰਗਿਆ ਗਿਆ। ਮਨ ਤਨ ਰਬ ਰਹਿਆ ਜਗ ਜੀਵਨੋ ਦਾਤਾ ਰਾਮ। ਉਹ ਪਰਮਾਤਮਾ ਜਿਹੜਾ ਸਾਰੇ ਜਗਤ ਦਾ ਜੀਵਨ ਹੈ, ਸਾਰੇ ਜੀਵਾਂ ਨੂੰ ਜੀਵਨ ਦੇਣ ਵਾਲਾ ਹੈ, ਕਿਉਂਕਿ ਪਰਮਾਤਮਾ ਦੀ ਜੋਤ ਅੰਦਰ ਹੈ ਤੇ ਇਹ ਜੀਵਨ ਹੈ। ਪਰਮੇਸ਼ਰ ਦੀ ਜੋਤ ਅੰਦਰੋਂ ਚਲੀ ਗਈ, ਇਹ ਸਰੀਰ ਇੱਕ ਮਿੱਟੀ ਦੀ ਢੇਰੀ ਹੈ। ਅਸੀਂ ਬੋਲਦੇ ਉਹਨਾਂ ਚਿਰ ਹਾਂ ਜਿੰਨਾ ਚਿਰ ਰੱਬ ਦੀ ਜੋਤ ਅੰਦਰ ਹੈ। ਪਰਮਾਤਮਾ ਦੀ ਜੋਤ ਅੰਦਰੋਂ ਨਿਕਲ ਗਈ, ਭਾਵੇਂ ਜ਼ੁਬਾਨ ਨਾਲ ਲੱਗੀ ਹੈ ਪਰ ਮਨੁੱਖ ਬੋਲ ਨਹੀਂ ਸਕਦਾ। ਬਾਣੀ ਵਿੱਚ ਬਚਨ ਵੀ ਆਏ, ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕਿਆ ਕੋਈ ਕਰੋ ਦਿਖਾ ਵਿਖਿਆਨਾ। ਹੇ ਮੇਰੇ ਮਾਲਕ ਸੁਆਮੀ, ਜਦੋਂ ਤੂੰ ਆਪਣੀ ਜੋਤ ਖਿੱਚ ਲੈਂਦਾ ਹੈ, ਜਿੰਦ ਵਾਪਸ ਲੈ ਲੈਂਦਾ ਹੈ, ਉਦੋਂ ਕੋਈ ਵਿਖਿਆਨ ਕਰਕੇ ਦਿਖਾਏ, ਉਦੋਂ ਕੋਈ ਬੋਲ ਕੇ ਦਿਖਾਏ। ਇਸ ਦਾ ਭਾਵ ਕਿ ਪਰਮਾਤਮਾ ਹੀ ਅੰਦਰ ਵਸ ਕੇ ਬੋਲਦਾ ਹੈ। ਇਸੇ ਲਈ ਭਗਤ ਨਾਮਦੇਵ ਜੀ ਨੇ ਬਚਨ ਕਹੇ, ਸਭੈ ਕੜ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕਿ ਸਾਰੇ ਸਰੀਰਾਂ ਦੇ ਅੰਦਰ ਇੱਕ ਪਰਮੇਸ਼ਰ ਹੀ ਤੇ ਬੋਲ ਰਿਹਾ ਹੈ। ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਬੋਲਦਾ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਚਰ ਚਿੰਟੀ, ਭਾਂਜਨ ਹੈ ਬਹੁ ਨਾਨਾ ਰੇ। ਕੁੰਚਰ ਦਾ ਅਰਥ ਹੈ ਹਾਥੀ, ਚਿੰਟੀ ਭਾਵ ਕੇ ਕੀੜੀ। ਜਿਵੇਂ ਘੁਮਿਆਰ ਇੱਕ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਬਣਾ ਦਿੰਦਾ ਹੈ। ਮਿੱਟੀ ਉਹੀ ਹੈ, ਕਿਧਰੇ ਉਹ ਦੀਵੇ ਬਣਾ ਰਿਹਾ ਹੈ, ਉਹ ਘੜਾ ਵੀ ਬਣਾ ਰਿਹਾ ਹੈ, ਉਹ ਸੁਰਾਹੀ ਬਣਾ ਰਿਹਾ ਹੈ। ਕਈ ਤਰ੍ਹਾਂ ਦੇ ਭਾਂਡੇ ਇੱਕ ਹੀ ਮਿੱਟੀ ਤੋਂ ਬਣਾ ਦਿੰਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਨੇ ਉਹਨਾਂ ਹੀ ਤੱਤਾਂ ਤੋਂ ਤਰ੍ਹਾਂ ਤਰ੍ਹਾਂ ਦੇ ਜੀਵਾਂ ਦੀ ਰਚਨਾ ਕੀਤੀ ਹੈ। ਤੱਤ ਉਹੀ ਨੇ, ਮਿੱਟੀ ਉਹੀ ਹੈ। ਏਕਲ ਮਾਟੀ ਕੁੰਚਰ ਚਿੰਟੀ, ਇੱਕ ਹੀ ਮਿੱਟੀ ਤੋਂ ਬਣੇ ਨੇ, ਚਾਹੇ ਹਾਥੀ ਹੈ ਚਾਹੇ ਕੀੜੀ ਹੈ। ਭਾਂਜਨ ਹੈ ਬਹੁ ਨਾਨਾ ਰੇ। ਇਹ ਤਰ੍ਹਾਂ ਤਰ੍ਹਾਂ ਦੇ ਭਾਂਡੇ ਉਸ ਪਰਮੇਸ਼ਰ ਨੇ ਬਣਾ ਦਿੱਤੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਅਸਥਾਵਰ ਦਾ ਅਰਥ ਹੈ ਇੱਕ ਥਾਂ ਤੇ ਟਿਕੇ ਰਹਿਣ ਵਾਲੇ ਜੀਵ, ਜਿਵੇਂ ਬ੍ਰਿਕਸ਼ ਬੂਟੇ ਨੇ। ਜੰਗਮ ਦਾ ਅਰਥ ਹੈ ਚੱਲਣ ਫਿਰਨ ਵਾਲੇ ਜੀਵ। ਅਸਥਾਵਰ ਜੰਗਮ ਕੀਟ ਪਤੰਗਮ, ਹੋਰ ਕੀੜੇ ਮਕੌੜੇ, ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਹੀ ਤੇ ਵਸਦਾ ਹੈ। ਫਿਰ ਕਹਿਣਗੇ ਏਕਲ ਚਿੰਤਾ ਰਾਖ ਅਨੰਤਾ, ਔਰ ਤਜੋ ਸਭ ਆਸਾਰੇ। ਅਨੰਤਾ ਦਾ ਅਰਥ ਹੈ ਉਹ ਵਾਹਿਗੁਰੂ ਜਿਸ ਦਾ ਅੰਤ ਕੋਈ ਨਹੀਂ। ਹੇ ਭਾਈ, ਇੱਕ ਪਰਮਾਤਮਾ ਦਾ ਚਿੰਤਨ ਆਪਣੇ ਮਨ ਵਿੱਚ ਰੱਖੋ। ਏਕਲ ਚਿੰਤਾ ਰਾਖ ਅਨੰਤਾ, ਇੱਕ ਬੇਅੰਤ ਪਰਮਾਤਮਾ ਦਾ ਚਿੰਤਨ ਆਪਣੇ ਮਨ ਵਿੱਚ ਰੱਖੋ। ਔਰਤ ਜੋ ਸਭ ਆਸਾ ਰੇ, ਤੇ ਦੁਨੀਆ ਦੀਆਂ ਹੋਰ ਸਾਰੀਆਂ ਆਸਾਂ ਜਿਹੜੀਆਂ ਨੇ ਉਹ ਤਿਆਗ ਦਿਓ। ਪਰਨਵੈ ਨਾਮਾ ਪੈ ਨਹਿ ਕਾਮਾ, ਕੋ ਠਾਕੁਰ ਕੋ ਦਾਸਾ ਰੇ। ਜਦੋਂ ਕੋਈ ਨਿਸ਼ਕਾਮ ਹੋ ਕੇ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ, ਐਸਾ ਜਿਹੜਾ ਸੇਵਕ ਹੈ, ਕੋ ਠਾਕੁਰ ਕੋ ਦਾਸਾ ਰੇ। ਫਿਰ ਕੌਣ ਸੇਵਕ ਤੇ ਕੌਣ ਮਾਲਕ, ਭਾਵ ਕਿ ਸੇਵਕ ਮਾਲਕ ਦਾ ਰੂਪ ਹੋ ਜਾਂਦਾ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜਾ ਤੇ ਕਿਸੇ ਕਾਮਨਾ ਨੂੰ ਲੈ ਕੇ ਕੋਈ ਆਰਾਧਨਾ ਕਰ ਰਿਹਾ ਹੈ, ਸੇਵਾ ਭਗਤੀ ਕਰ ਰਿਹਾ ਹੈ, ਫਿਰ ਤੇ ਉਹ ਕਾਮਨਾ ਹੀ ਪੂਰੀ ਹੋਵੇਗੀ। ਪਰ ਜਿਸ ਦੇ ਅੰਦਰ ਦੁਨੀਆ ਦੀ ਕੋਈ ਕਾਮਨਾ ਨਹੀਂ, ਜਿਹੜਾ ਕਾਮਨਾਵਾਂ ਤੋਂ ਉੱਪਰ ਉੱਠ ਗਿਆ, ਉਹ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦਾ ਹੈ। ਉਸ ਸੇਵਕ ਨੂੰ ਇਸ ਗੱਲ ਦੀ ਸੋਝੀ ਮਿਲ ਗਈ ਕਿ ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਹੀ ਵਸ ਕੇ ਬੋਲਦਾ ਹੈ। ਸਾਰਿਆਂ ਦੇ ਅੰਦਰ ਸੁਣਦਾ ਵੀ ਉਹ ਆਪ ਹੈ। ਪਰਮਾਤਮਾ ਦੀ ਜੋਤ ਅੰਦਰ ਹੈ, ਅਸੀਂ ਸੁਣਦੇ ਹਾਂ। ਜੋਤ ਅੰਦਰੋਂ ਨਿਕਲ ਜਾਏ, ਕੰਨ ਭਾਵੇਂ ਸਰੀਰ ਦੇ ਨਾਲ ਲੱਗੇ ਨੇ ਪਰ ਮਨੁੱਖ ਸੁਣ ਨਹੀਂ ਸਕਦਾ। ਵਾਹਿਗੁਰੂ ਸਾਡੇ ਅੰਦਰ ਵਸਦਾ ਤੇ ਇਹ ਅੱਖਾਂ ਵੇਖਦੀਆਂ ਨੇ, ਜੋਤ ਨਿਕਲ ਗਈ। ਅੱਖਾਂ ਭਾਵੇਂ ਸਰੀਰ ਦੇ ਨਾਲ ਲੱਗੀਆਂ ਨੇ ਪਰ ਮਨੁੱਖ ਵੇਖ ਨਹੀਂ ਸਕਦਾ। ਇਸ ਦਾ ਭਾਵ ਕਿ ਪਰਮਾਤਮਾ ਹੀ ਅੰਦਰ ਵਸ ਕੇ ਵੇਖ ਰਿਹਾ ਸੀ। ਰੋਜ਼ ਆਪਾਂ ਬਚਨ ਪੜ੍ਹਦੇ ਵੀ ਹਾਂ, ਸਹਿਸ ਤਵ ਨੈਣ ਨਨ ਨੈਣ ਹੈ ਤੋਹਿ ਕੋ। ਸਰਗਣ ਰੂਪ ਦੇ ਵਿੱਚ ਤੇਰੀਆਂ ਹਜ਼ਾਰਾਂ ਅੱਖਾਂ ਨੇ, ਕਿਉਂਕਿ ਸਾਰੇ ਜੀਵਾਂ ਦੇ ਅੰਦਰ ਵਸ ਕੇ ਤੂੰ ਹੀ ਵੇਖਦਾ ਹੈ, ਤੇ ਜੀਵਾਂ ਦੀਆਂ ਅੱਖਾਂ ਇਹ ਤੇਰੀਆਂ ਅੱਖਾਂ ਨੇ।
ਪਰ ਨਿਰਗੁਣ ਰੂਪ ਦੇ ਵਿੱਚ ਤੇਰੀ ਕੋਈ ਅੱਖ ਨਹੀਂ, ਕਿਉਂਕਿ ਤੇਰਾ ਇਹੋ ਜਿਹਾ ਕੋਈ ਸਰੀਰ ਨਹੀਂ। ਪਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਹੈ, ਪਰ ਸਾਰਿਆਂ ਦੇ ਅੰਦਰ ਵਸਦਾ ਹੋਇਆ ਵੀ ਉਹ ਸਭ ਤੋਂ ਨਿਰਲੇਪ ਹੈ। ਪਰ ਇਹ ਸੋਝੀ ਉਦੋਂ ਮਿਲਦੀ ਹੈ ਜਦੋਂ ਗੁਰੂ ਗਿਆਨ ਦਾ ਸੁਰਮਾ ਪਾ ਦੇਵੇ। ਫਿਰ ਇਹਨਾਂ ਅੱਖਾਂ ਨਾਲ ਮਨੁੱਖ ਨੇ ਜਿੱਧਰ ਵੀ ਵੇਖਿਆ, ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਹੋਰ ਕੋਈ ਦਿਖਾਈ ਨਾ ਦਿੱਤਾ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕਿ ਹੀ ਮੇਰੀ ਅੱਖੋ, ਤੁਹਾਡੇ ਅੰਦਰ ਰੱਬ ਨੇ ਆਪਣੀ ਜੋਤ ਟਿਕਾਈ ਹੈ। ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਵੇਖੋ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜਿੰਨਾ ਵਿਸ਼ਵ ਸੰਸਾਰ ਤੁਸੀਂ ਵੇਖਦੀਆਂ ਹੋ, ਇਹ ਹਰੀ ਦਾ ਰੂਪ ਹੈ। ਤੁਹਾਨੂੰ ਹਰ ਪਾਸੇ ਉਸ ਹਰੀ ਦਾ, ਪਰਮੇਸ਼ਰ ਦਾ ਰੂਪ ਦਿਖਾਈ ਦੇਣਾ ਚਾਹੀਦਾ ਹੈ। ਤਾਂ ਗੁਰੂ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਉਹਨਾਂ ਦੇ ਮਨ ਵਿੱਚ ਪ੍ਰਕਾਸ਼ ਹੋ ਗਿਆ, ਉਹਨਾਂ ਦੇ ਅੰਤਰ ਆਤਮੇ ਚਾਨਣ ਹੋ ਗਿਆ। ਫਿਰ ਹਰ ਪਾਸੇ ਉਹਨਾਂ ਨੂੰ ਉਹ ਪ੍ਰਮਾਤਮਾ ਦਿਖਾਈ ਦਿੰਦਾ ਹੈ। ਸੱਚ ਅੰਜਨੋ ਅੰਜਨ ਸਾਰ ਨਿਰੰਜਨ ਰਾਤਾ ਰਾਮ। ਕਹਿਣਗੇ ਪਰਮਾਤਮਾ ਜਿਹੜਾ ਮਾਇਆ ਦੀ ਕਾਲਕ ਤੋਂ ਰਹਿਤ ਹੈ, ਜਿਹੜਾ ਨਿਰੰਜਨ ਹੈ, ਮੈਂ ਉਸ ਦੇ ਰੰਗ ਦੇ ਵਿੱਚ ਰੰਗਿਆ ਗਿਆ, ਉਸ ਦੇ ਪ੍ਰੇਮ ਦੇ ਵਿੱਚ ਭਿੱਜ ਗਿਆ ਹਾਂ। ਮਨ ਤਾਂ ਰਵ ਰਹਿਆ ਜਗ ਜੀਵਨੋ ਦਾਤਾ ਰਾਮ। ਮੇਰੇ ਮਨ ਔਰ ਤਨ ਦੇ ਵਿੱਚ ਹੁਣ ਇੱਕ ਪਰਮਾਤਮਾ ਹੀ ਰਮਿਆ ਹੋਇਆ ਹੈ। ਭਾਵ ਕਿ ਮੇਰੇ ਹਿਰਦੇ ਵਿੱਚ ਵੀ ਉਹ, ਮੇਰੇ ਮਨ ਵਿੱਚ ਵੀ ਉਹ ਮੇਰੇ ਰੋਮ ਰੋਮ ਦੇ ਵਿੱਚ ਵਸਦਾ ਹੈ। ਇਹ ਗੁਰਮੁਖ ਦੀ ਅਵਸਥਾ ਹੈ ਕਿ ਗੁਰਮੁਖ ਸਾਚੇ ਕਾ ਭਉ ਭਾਵੈ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਉਸ ਦੇ ਰੋਮ ਰੋਮ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ। ਕਿਹੜਾ ਪਰਮਾਤਮਾ? ਜਗ ਜੀਵਨੋ ਦਾਤਾ ਰਾਮ, ਜਿਹੜਾ ਸਾਰੇ ਜਗਤ ਦਾ ਜੀਵਨ ਹੈ ਔਰ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਹੈ। ਫਿਰ ਅੱਗੇ ਬਚਨ ਕਹੇ, ਜਗ ਜੀਵਨ ਦਾਤਾ ਹਰ ਮਨ ਰਾਤਾ, ਸਹਿਜ ਮਿਲੇ ਮਿਲਾਇਆ। ਗੁਰੂ ਦਾ ਮਿਲਾਇਆ ਹੋਇਆ ਉਹ ਪਰਮਾਤਮਾ ਮਿਲਦਾ ਹੈ। ਆਪਣੀਆਂ ਸਿਆਣਪਾਂ ਚਤੁਰਾਈਆਂ ਦੇ ਨਾਲ ਅੱਜ ਤੱਕ ਨਾ ਕਿਸੇ ਨੂੰ ਪਰਮਾਤਮਾ ਮਿਲਿਆ ਹੈ ਔਰ ਨਾ ਮਿਲੇਗਾ। ਪਰਮਾਤਮਾ ਦੀ ਪ੍ਰਾਪਤੀ ਜਿਸ ਨੂੰ ਵੀ ਹੋਈ, ਗੁਰੂ ਦੇ ਰਾਹੀਂ ਹੋਈ, ਗੁਰੂ ਦੀ ਸ਼ਰਨ ਵਿੱਚ ਪੈ ਕੇ ਹੋਈ। ਗੁਰੂ ਦਾ ਮਿਲਾਇਆ ਹੋਇਆ ਉਹ ਪਰਮਾਤਮਾ ਮਿਲਦਾ ਹੈ। ਉਹ ਪਰਮਾਤਮਾ ਜਿਹੜਾ ਸਾਰੇ ਜਗਤ ਦਾ ਜੀਵਨ ਹੈ, ਸਾਰੀਆਂ ਦਾਤਾਂ ਦੇਣ ਵਾਲਾ ਹੈ, ਤੇ ਜਿਸ ਦਾ ਮਨ ਉਸ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ, ਉਹ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ। ਸਹਿਜ ਅਡੋਲ ਅਵਸਥਾ, ਬੜੀ ਉੱਚੀ ਅਵਸਥਾ ਹੈ ਇਹ ਸਹਿਜ ਅਵਸਥਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਦਾ ਜ਼ਿਕਰ ਕੀਤਾ। ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ। ਤਿੱਥੈ ਊਂਘ ਨਾ ਭੁੱਖ ਹੈ। ਉੱਥੇ ਕਿਸੇ ਪ੍ਰਕਾਰ ਦੀ ਕੋਈ ਮਾਇਆ ਵਾਲੀ ਨੀਂਦ ਨਹੀਂ, ਨਾ ਉੱਥੇ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਹੈ, ਦੁਨਿਆਵੀ ਪਦਾਰਥਾਂ ਦੀ ਭੁੱਖ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ। ਉੱਥੇ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਵਸਦਾ ਹੈ। ਸਹਿਜ ਅਵਸਥਾ ਜਿੱਥੇ ਪਹੁੰਚ ਕੇ ਦੁੱਖ ਤੇ ਸੁੱਖ ਇੱਕ ਸਮਾਨ ਹੋ ਜਾਂਦੇ ਨੇ, ਜਿੱਥੇ ਪਹੁੰਚ ਕੇ ਨਿੰਦਾ ਤੇ ਉਸਤਤ ਇੱਕ ਬਰਾਬਰ ਹੋ ਜਾਂਦੀ ਹੈ, ਐਸੀ ਅਵਸਥਾ ਵਿੱਚ ਪਹੁੰਚਿਆ ਹੋਇਆ ਮਨੁੱਖ, ਕੋਈ ਉਸ ਦੀ ਨਿੰਦਾ ਕਰੀ ਜਾਏ ਤਾਂ ਕੋਈ ਫਰਕ ਨਹੀਂ, ਕੋਈ ਉਸਤਤ ਕਰੀ ਜਾਏ ਤਾਂ ਕੋਈ ਫਰਕ ਨਹੀਂ, ਨਫਾ ਹੋ ਜਾਏ ਤਾਂ ਕੋਈ ਫਰਕ ਨਹੀਂ, ਨੁਕਸਾਨ ਹੋ ਜਾਏ ਤਾਂ ਵੀ ਕੋਈ ਫਰਕ ਨਹੀਂ। ਉਸ ਦੇ ਵਾਸਤੇ ਤੇ ਮਿੱਟੀ ਤੇ ਸੋਨਾ ਵੀ ਇੱਕ ਬਰਾਬਰ ਹੋ ਜਾਂਦੇ। ਇਹ ਬੜੀ ਉੱਚੀ ਅਵਸਥਾ ਹੈ ਔਰ ਗੁਰਮੁਖਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਪਾਤਸ਼ਾਹ ਕਹਿਣਗੇ ਉਹ ਮਨੁੱਖ ਜਿਸ ਦੀਆਂ ਸੁਰਗ ਦੀਆਂ ਅੱਖਾਂ ਦੇ ਵਿੱਚ ਗੁਰੂ ਨੇ ਗਿਆਨ ਦਾ ਸੁਰਮਾ ਪਾ ਦਿੱਤਾ, ਜਿਹੜਾ ਰੱਬੀ ਰੰਗ ਦੇ ਵਿੱਚ ਰੰਗਿਆ ਗਿਆ, ਉਹ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ। ਕਿਉਂਕਿ ਗੁਰੂ ਆਪ ਪਰਮੇਸ਼ਰ ਦੇ ਨਾਲ ਮਿਲਿਆ ਹੈ। ਸ਼ਰਨ ਵਿੱਚ ਆਏ ਹੋਏ ਜੀਵ ਨੂੰ ਵੀ ਉਹ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਜਗ ਜੀਵਨ ਦਾਤਾ ਹਰ ਮਨ ਰਾਤਾ, ਸਹਿਜ ਮਿਲੇ ਮਿਲਾਇਆ। ਸਾਧ ਸਭਾ ਸੰਤਾਂ ਕੀ ਸੰਗਤ, ਨਦਰ ਪ੍ਰਭੂ ਸੁਖ ਪਾਇਆ। ਸਾਧ ਸਭਾ ਭਾਵ ਕਿ ਗੁਰਮੁਖਾਂ ਦੀ ਸੰਗਤ। ਬਾਣੀ ਦੇ ਵਿੱਚ ਸਤ ਸੰਗਤ ਦੀ ਬਹੁਤ ਵੱਡੀ ਮਹਿਮਾ ਹੈ।
क्योंकि जिहो जी संगत विच मनुख बैठता है, मनुख का जीवन उहो जिहा बन जाता है। किन्ना भी चंगा मनुख होवे, बुरी संगत मिल जाए, जीवन गलत पासे चला जाता है। किन्ना भी बुरा मनुख होवे, चंगी संगत मिल जाए तो जीवन सही पासे लग जाता है। इस संगत का असर है। सियाणे ने तो इत्थों तक वचन कहे कि गुरमुखां की संगत वास्ते किन्ने दुख झल के भी तैनूं जाना पवे तो तां भी गुरमुखां की संगत विच जा, क्योंकि गुरमुखां की संगत विच बैठिया रब चेते आउंदा है। पर मनमुखां की संगत वास्ते किन्नियां सहूलतां भी तैनूं मिलदियां होण तो भुल के भी मनमुखां की संगत विच ना जा, क्योंकि उत्थे बैठिया रब भुलदा है। इसे लिए तो आपां रोज़ अरदास करते हाँ, सेई गुरमुख प्यारे मेल जिन्ना मिलिया तेरा नाम चित आए, कि हे दाता उन्हां गुरमुखां नूं मिला जिन्हां दे कोल बैठिया जिन्हां नूं मिलिया तेरा नाम चेते आए। इसका भाव कि ऐसे मनुख भी ने जिन्हां दे कोल बैठिए तो रब चेते आउंदा है, पर ऐसे मनुख भी ने जिन्हां दे कोल बैठिया रब भुलदा है। मन में शैतानियां पैदा होंदियां ने। इस संगत का बहुत बड़ा असर है। आपने कदे अनुभव किया होवे कि कई बारी बड़े आप आनंद में बैठे होंदे हाँ, अचानक कोई ऐसा मनुख आके मिलता है तो मनुख परेशान हो जाता है। मनुख सोचता कि ये मेरे मत्थे क्यों लग गया। पर कई बारी बड़े परेशान बैठे हुए कोई इहो जिहा मनुख आके मिलता है, सारियां परेशानियां भुल जांदियां ने। भाव के गुरमुखां की संगत में बैठिया रब चेते आउंदा है, मन में आनंद पैदा होंदा है। पर मनमुखां की संगत कीतियां मन में शैतानियां पैदा होंदियां ने, परेशानियां पैदा होंदियां ने। भगत कबीर जी ने इसलिए वचन कहे, कबीर साकत संग ना कीजिए दूर रह जाइए भाग। साकत का अर्थ है रब तो टुटा होया मनुख, शक्ति का पुजारी, जिहड़ा माया के मोह के फसिया होया मनमुख बंदा। कह लगे ऐसे मनमुख बंदे की भुल के भी संगत करनी नहीं चाहिए, बल्कि उसनों वेख के दूर तो पासे हो जाना चाहिए। कबीर साकत संग न कीजिए दूर रह जाइए भाग, बासन कारो परसिए तो कुछ लाग्या दाग। बासन का अर्थ है भांडा, कारो कहते हैं काले नूं। जिवें भांडा काला होवे उसनों परसीए छूईए तो हाथ नूं कालख लगती है। कह लगे मनमुख बंदे वो तो तनों मनो करके पापां विकारां की कालख दे नाल भरे पए। उन्हां दी संगत विच बैठोगे तुहाडे मन के उत्ते भी ये पापां की कालख लगेगी। इस वास्ते भुल के भी मनमुखां की संगत में नहीं जाना चाहिए, क्योंकि उन्हां दे कोल बैठिया रब विसरदा है, परमेश्वर भुलदा है। पर जिहड़ी गुरमुखां की संगत है, जिहड़ी साध संगत है, सतसंगत में आया मन टिकदा है। तो पातशाह अजे बचन आखदे ने, साध सभा संतां की संगत नदर प्रभु सुख पाया। गुरमुखां की संगत में बैठिया परमेश्वर की मेहर की निगाह होती है। इसलिए बाणी दे विच गुरु रामदास जी महाराज ने वचन कहे कि बड़े वड्डे भागां वाले ने वो मनुख जिन्होंने सतसंगत की प्राप्ति होती है, जिहड़े गुरमुखां की संगत में आके बैठते हैं। पर बड़े बड़े बदकिस्मत ने वो मनुख जिहड़े साध संगत तो टुट गए। उन्हां दे वचन है, वड भागी हर संगत पावै, कि बड़े वड्डे भागां वाले ने वो मनुख जिहड़े साध संगत में आके बैठते हैं। भाव कि साध संगत बड़े वड्डे भागां नाल मिलती है। ये समझो जिहड़े साध संगत में आके बैठते हैं उन्हां दे बड़े वड्डे भाग। वड भागी हर संगत पावै, भागहीन परम चोटा खावै। पर जिहड़े भागां तो हीणे ने, बदकिस्मत ने, साध संगत टुट के वो विकारां दीयां चोटां खांदे ने। काम क्रोध लोभ मोहकार ये सदा उन्होंने चोटां मारते हैं। बिन भागां सतसंग न लभै, बिन संगत मैल भरीजा जियो। भागां तो बिना सतसंगत की प्राप्ति नहीं, तो सतसंगत में आउण तो बिना मनुख के अंदर पापां की मैल भरती है। साध सभा संतां की संगत नदर प्रभु सुख पाया। गुरमुखां की संगत में बैठिया परमेश्वर की मेहर की निगाह होती है, और परमात्मा की मेहर की निगाह के नाल सदैवी सुख मिलता है, आत्मक आनंद मिलता है। परमात्मा की कृपा के विच वो सुख है जिहड़ा सुख मनुख दे कोलों कदे कोई खो नहीं सकता।
ਉਸ ਨੂੰ ਆਤਮਿਕ ਆਨੰਦ ਸਦੀਵੀ ਸੁਖ ਕਿਹਾ ਹੈ।